ਕਿਰਨ ਭਾਬੀ ਹੋਰਾਂ ਦੇ ਵਿਆਹ ਨੂੰ ਮਸਾਂ ਹੀ ਹਾਲੇ 1.5 ਕੁ ਮਹੀਨਾ ਹੋਇਆ ਸੀ ਕਿ ਉਹਨਾਂ ਦੇ ਕਮਰੇ ਵਿੱਚੋਂ ਲੜਾਈ ਝਗੜੇ ਦੀਆਂ ਆਵਾਜ਼ਾਂ ਅਕਸਰ ਸੁਣਾਈ ਦਿੰਦੀਆਂ ਰਹਿੰਦੀਆਂ। ਮੇਰੀ ਐਸੀ ਕੋਈ ਵੀ ਮਨੋਸਥਿਤੀ ਜਾਂ ਭਾਵਨਾ ਨਹੀਂ ਹੁੰਦੀ ਸੀ ਕਿ ਮੈਂ ਉਹਨਾਂ ਦੀਆਂ ਗੱਲਾਂ ਨੂੰ ਸੁਣਾ, ਪਰ ਵੀਰੇ ਦਾ ਭਾਬੀ ਪ੍ਰਤੀ ਰੁੱਖਾ ਜਿਹਾ ਵਿਹਾਰ ਅਕਸਰ ਹੀ ਇਹ ਨਿਸ਼ਾਨ ਛੱਡ ਜਾਂਦਾ ਸੀ ਕਿ ਉਹਨਾਂ ਦਾ ਰਿਸ਼ਤਾ ਕੁਝ ਠੀਕ ਤਰ੍ਹਾਂ ਨਹੀਂ ਚੱਲ ਰਿਹਾ। ਦੂਜੇ ਪਾਸੇ ਮੈਂ ਸੋਚ ਕੇ ਹੈਰਾਨ ਸੀ ਕਿ ਨਵਾਂ ਵਿਆਹਿਆ ਜੋੜਾ ਹਾਲੇ ਤੋਂ ਹੀ ਇੱਕ ਦੂਸਰੇ ਨਾਲ ਲਾ ਕੇ ਨਹੀਂ ਖਾ ਰਿਹਾ ਤਾਂ ਸਾਰੀ ਜ਼ਿੰਦਗੀ ਕੱਟਣੀ ਡਾਢੀ ਮੁਸੀਬਤ ਬਣ ਜਾਵੇਗੀ। ਕਦੇ ਮੈਂ ਸੋਚਦੀ ਕਿ ਭਾਬੀ ਨੂੰ ਜਾ ਕੇ ਪੁੱਛ ਲਵਾਂ, ਪਰ ਫਿਰ ਇਹ ਸੋਚ ਕੇ ਚੁੱਪ ਹੋ ਜਾਂਦੀ ਸੀ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਹੈ। ਮੈਂ ਜੇਕਰ ਵਿੱਚ ਦਖਲ ਅੰਦਾਜ਼ੀ ਨਾ ਦੇਵਾਂ ਤਾਂ ਬਿਹਤਰ ਹੋਵੇਗਾ। ਪਹਿਲਾਂ ਤਾਂ ਮੈਨੂੰ ਭਾਬੀ ਦਾ ਸੁਭਾਅ ਥੋੜ੍ਹਾ ਜਿਹਾ ਰੁੱਖਾ ਲੱਗਿਆ, ਪਰ ਬਜ਼ੁਰਗਾਂ ਦੇ ਕਥਨ ਅਨੁਸਾਰ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ, ਤੇ ਮੈਨੂੰ ਵੀ ਭਾਬੀ ਦੇ ਨਾਲ ਵਾਹ ਪੈਣ ਤੋਂ ਬਾਅਦ ਹੀ ਪਤਾ ਲੱਗਿਆ ਕਿ ਭਾਬੀ ਬਹੁਤ ਹੀ ਚੰਗੇ ਸੁਭਾਅ ਦੀ ਹੈ। ਦਰਅਸਲ ਮੈਨੂੰ ਭਾਬੀ ਦੇ ਵਿਆਹ ਤੋਂ ਬਾਅਦ ਭਾਬੀ ਨਾਲ ਰਹਿਣ ਦਾ ਮੌਕਾ ਹੀ ਹੁਣ ਮਿਲਿਆ ਸੀ। ਇੱਕ ਦਿਨ ਮੈਂ ਆਪਣੇ ਹੋਸਟਲ ਰੂਮ ਵਿੱਚ ਬੈਠੇ ਪੜ੍ਹ ਰਹੀ ਸੀ ਤੇ ਰਾਤ ਨੂੰ ਸੌਣ ਹੀ ਲੱਗੀ ਸੀ ਕਿ ਮੇਰਾ ਫੋਨ ਖੜਕਿਆ। ਮੈਂ ਫੋਨ ਚੁੱਕਿਆ ਤਾਂ ਅੱਗੋਂ ਮੰਮੀ ਦੀ ਆਵਾਜ਼ ਸੁਣੀ, ਵਧਾਈਆਂ ਹੋਣ ਪੁੱਤ ਗੀਤ, ਤੈਨੂੰ ਤੇਰੇ ਵੀਰ ਦਾ ਵਿਆਹ ਆ ਗਿਆ। ਇਹ ਸੁਣ ਕੇ ਮੈਨੂੰ ਚਾਅ ਜਿਹਾ ਚੜ੍ਹ ਗਿਆ, ਪਰ 14 ਮਾਰਚ ਦਾ ਹੀ ਮੇਰਾ ਨੌਕਰੀ ਦਾ ਪੇਪਰ ਸੀ ਜਿਸ ਦੇ ਫਾਰਮ ਭਰੇ ਹੋਏ ਸੀ ਤੇ ਉਸ ਤੋਂ ਬਾਅਦ ਹੀ ਆਪਣੇ ਕੋਰਸ ਦੇ ਫਾਈਨਲ ਪੇਪਰਾਂ ਦੀ ਤਿਆਰੀ ਵੀ ਕਰਨੀ ਸੀ। ਤਾਂ ਹੀ ਮੈਂ ਅਗਲੇ ਦਿਨ ਹੀ ਵਾਪਸ ਮੁਹਾਲੀ ਆਪਣੇ ਹੋਸਟਲ ਵਿੱਚ ਆ ਗਈ। ਉਸ ਤੋਂ ਬਾਅਦ ਆਪਣੇ ਕੋਰਸ ਦੇ ਪੱਕੇ ਪੇਪਰ ਦੇ ਕੇ ਹੀ ਘਰੇ ਪਰਤੀ ਸੀ। ਮੈਨੂੰ ਹੁਣ ਆਈ ਨੂੰ 10 ਦਿਨ ਹੋ ਗਏ ਸੀ। ਸੋਚਿਆ ਸੀ ਵੀ ਨਵੀਂ ਵਿਆਹੀ ਭਾਬੀ ਨਾਲ ਮੌਜ ਮਸਤੀਆਂ ਕਰਾਂਗੇ, ਪਰ ਭਾਬੀ ਕੁਝ ਚੁੱਪਚਾਪ ਰਹਿੰਦੀ। ਮੈਨੂੰ ਇਹ ਲੱਗਦਾ ਸੀ ਕਿ ਭਾਬੀ ਆਪਣੀ ਮਾਂ ਦੀ ਵਜ੍ਹਾ ਕਰਕੇ ਜ਼ਿਆਦਾ ਚੁੱਪ ਰਹਿੰਦੀ ਆ, ਕਿਉਂਕਿ ਵਿਆਹ ਤੋਂ ਕੁਝ ਚਿਰ ਬਾਅਦ ਹੀ ਭਾਬੀ ਦੇ ਮਾਤਾ ਜੀ ਸਵਰਗ ਸਿਧਾਰ ਗਏ ਸੀ। ਪਰ ਨਿੱਤ ਦੇ ਹੁੰਦੇ ਕਲੇਸ਼ ਨਾਲ ਭਾਬੀ ਚੁੱਪ ਚਪੀਤੀ ਜਿਹੀ ਰਹਿੰਦੀ। ਕੰਮ-ਕਾਰ ਮੁਕਾ ਕੇ ਉਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਤੇ ਆਪਣੇ ਲੈਪਟਾਪ ਵਿੱਚ ਕੰਮ ਕਰਨ ਲੱਗ ਜਾਂਦੀ। ਕਿਰਨ ਭਾਬੀ ਨੇ ਵੀ BCA ਕੀਤੀ ਹੋਈ ਸੀ। ਵੈਸੇ ਉਸ ਨੂੰ ਘਰ ਪਰਿਵਾਰ ਵੱਲੋਂ ਨੌਕਰੀ ਕਰਨ ਦੀ ਪੂਰੀ ਖੁੱਲ੍ਹ ਸੀ, ਪਰ ਹੁਣ ਉਹ ਆਪ ਹੀ ਕਹਿ ਦਿੰਦੀ ਸੀ ਕਿ ਮੈਂ ਨੌਕਰੀ ਨਹੀਂ ਕਰਨੀ, ਜਦੋਂ ਕਦੇ ਮਨ ਬਣਿਆ ਤਾਂ ਜੁਆਇਨ ਕਰ ਲਵਾਂਗੀ। ਦੂਜੇ ਪਾਸੇ ਮੈਨੂੰ ਭਾਬੀ ਦਾ ਇੰਨੀ ਪੜ੍ਹਾਈ ਕਰਕੇ ਘਰੇ ਰਹਿਣਾ ਮਨਜ਼ੂਰ ਨਹੀਂ ਸੀ, ਪਰ ਮੈਂ ਇਹ ਵੀ ਭਲੀ ਭਾਂਤੀ ਜਾਣਦੀ ਸੀ ਕਿ ਭਾਬੀ ਦੀ ਮਾਨਸਿਕ ਸਥਿਤੀ ਹਾਲੇ ਠੀਕ ਨਹੀਂ ਤੇ ਜਦੋਂ ਬੰਦੇ ਦਾ ਮਨ ਹੀ ਨਾ ਹੋਵੇ ਕੋਈ ਕੰਮ ਨਹੀਂ ਕਰ ਸਕਦਾ। ਵੀਰ ਤਾਂ ਵੀਰ, ਦੂਜੇ ਪਾਸੇ ਮੰਮੀ ਵੀ ਕਦੇ ਪਾਰਾ ਵਧਾ ਲੈਂਦੀ ਸੀ। ਆਖੇ ਜਿਸ ਦਿਨ ਦੀ ਆਈ ਆ ਮੁੰਡੇ ਨਾਲ ਕਲੇਸ਼ ਨਹੀਂ ਕਰਨੋਂ ਹਟਦੀ। ਪਤਾ ਨਹੀਂ ਕਿਹੜੀਆਂ ਡੂੰਘੀਆਂ ਗੱਲਾਂ ਇਹਨਾਂ ਦੀਆਂ ਜੋ ਕਿਸੇ ਨਾਲ ਸਾਂਝੀਆਂ ਨਹੀਂ ਕਰਦੇ। ਕਦੇ ਤਾਂ ਮੁੰਡਾ ਰੋਟੀ ਖਾਧੇ ਬਿਨਾਂ ਹੀ ਘਰੋਂ ਬਾਹਰ ਨਿਕਲ ਜਾਂਦਾ। ਇਹ ਤਾਂ ਮਹਾਰਾਣੀ ਨੂੰ ਕੋਈ ਫਰਕ ਨਹੀਂ। ਦੂਜੇ ਪਾਸੇ ਭਾਬੀ ਸਭ ਗੱਲਾਂ ਸੁਣ ਕੇ ਵੀ ਕੁਝ ਨਹੀਂ ਸੀ ਬੋਲਦੀ। ਹਾਂ, ਵੀਰੇ ਅੱਗੇ ਲਾਜ਼ਮੀ ਬੋਲ ਪੈਂਦੀ ਸੀ, ਪਰ ਉਹਨੇ ਘਰਦਿਆਂ ਨੂੰ ਕਦੇ ਮੁੜ ਕੇ ਜਵਾਬ ਨਹੀਂ ਸੀ ਦਿੱਤਾ। ਇੱਕ ਦਿਨ ਵੀਰਾ ਤੇ ਭਾਬੀ ਬੋਲ ਰਹੇ ਸਨ ਕਿ ਭਾਬੀ ਬਾਹਰ ਆਈ ਤੇ ਵੀਰਾ ਉਹਦੇ ਉੱਤੇ ਹੱਥ ਚੱਕਦੇ ਰਹਿ ਗਿਆ। ਉਸ ਦ੍ਰਿਸ਼ ਨੇ ਮੈਨੂੰ ਹੋਰ ਜ਼ਿਆਦਾ ਸੋਚ ਵਿੱਚ ਪਾ ਦਿੱਤਾ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਅਜਿਹਾ ਕੀ ਚੱਲ ਰਿਹਾ ਹੈ ਕਿ 2 ਮਹੀਨਿਆਂ ਵਿੱਚ ਹੀ ਗੱਲ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਵੀਰ ਨੇ ਅੱਜ ਭਾਬੀ ਦੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ। ਉਸ ਦਿਨ ਭਾਬੀ ਕੁਝ ਹੋਰ ਵੀ ਉਦਾਸ ਲੱਗ ਰਹੇ ਸੀ। ਦੁਪਹਿਰ ਦੀ ਰੋਟੀ ਖਾ ਕੇ ਮੰਮੀ ਜ਼ਰਾ ਸੌ ਗਏ ਤੇ ਭਾਬੀ ਆਪਣੇ ਕਮਰੇ ਵਿੱਚ ਚਲੇ ਗਏ। ਥੋੜ੍ਹੀ ਦੇਰ ਬਾਅਦ ਮੈਂ ਵੀ ਭਾਬੀ ਕੋਲ ਚਲੀ ਗਈ। ਅੰਦਰ ਜਾ ਕੇ ਵੇਖਿਆ ਤਾਂ ਭਾਬੀ ਬੈਠੀ ਰੋ ਰਹੀ ਸੀ। ਉਹਨੇ ਆਪਣੀ ਨਜ਼ਰ ਇਸ ਕਦਰ ਫੋਨ ਤੇ ਟਿਕਾਈ ਹੋਈ ਸੀ ਕਿ ਉਹਨਾਂ ਨੂੰ ਮੇਰੇ ਆਉਣ ਦਾ ਵੀ ਪਤਾ ਨਾ ਲੱਗਿਆ। ਮੈਂ ਜਾ ਕੇ ਜਦੋਂ ਬੈਠੀ ਤਾਂ ਉਹਨੇ ਇੱਕਦਮ ਫੋਨ ਰੱਖ ਕੇ ਆਪਣੀਆਂ ਅੱਖਾਂ ਪੂੰਝੀਆਂ ਤੇ ਹਲਕੀ ਜਿਹੀ ਆਵਾਜ਼ ਵਿੱਚ ਮੈਨੂੰ ਪੁੱਛਿਆ, ਹਾਂ ਗੀਤ, ਕੁਝ ਚਾਹੀਦਾ ਤੈਨੂੰ? ਤੇ ਮੈਂ ਭਾਬੀ ਨੂੰ ਕਿਹਾ, ਭਾਬੀ ਜੇਕਰ ਮੈਂ ਕੁਝ ਮੰਗਾਂ ਤਾਂ ਦੇਵੇਂਗੀ ਨਾ? ਅੱਗੋਂ ਭਾਬੀ ਬੋਲੀ, ਗੀਤ ਤੂੰ ਕਮਲੀ ਆ, ਪੁੱਛਣ ਵਾਲੀ ਕਿਹੜੀ ਗੱਲ ਆ, ਬੋਲ ਤੈਨੂੰ ਕੀ ਚਾਹੀਦਾ? ਮੈਂ ਭਾਬੀ ਦਾ ਹੱਥ ਫੜ ਲਿਆ ਤੇ ਕਿਹਾ, ਜਵਾਬ ਚਾਹੀਦਾ ਭਾਬੀ ਮੈਨੂੰ, ਤੁਹਾਡੀ ਲੜਾਈ ਦਾ, ਤੇਰੀ ਉਦਾਸੀ ਦਾ। ਭਾਬੀ ਗੁੱਸਾ ਨਾ ਕਰੀ, ਮੈਂ ਤੁਹਾਡੇ ਦੋਹਾਂ ਜੀਆਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ, ਪਰ ਮੇਰੇ ਤੋਂ ਤੇਰੀ ਆਹ ਉਦਾਸੀ ਦੇਖੀ ਨਹੀਂ ਜਾਂਦੀ।
ਮੈਂ ਵੀ ਇੱਕ ਕੁੜੀ ਆਂ ਤੇ ਹਰ ਕੁੜੀ ਚਾਹੁੰਦੀ ਹੈ ਕਿ ਉਹ ਵਿਆਹ ਤੋਂ ਬਾਅਦ ਖੁਸ਼ ਰਹੇ, ਪਰ ਭਾਬੋ ਰਾਣੀਏ ਤੇਰੀ ਚੁੱਪ ਅੱਗੇ ਤਾਂ ਤੇਰੇ ਝਾਂਜਰਾਂ ਦੇ ਬੋਰਾਂ ਦਾ ਸ਼ੋਰ ਵੀ ਦੱਬ ਜਾਂਦਾ ਏ। ਮੇਰੀ ਗੱਲ ਵਿੱਚੋਂ ਕੱਟਦੇ ਹੋਏ ਭਾਬੀ ਬੋਲੀ, ਨਾ ਨਾ ਗੀਤ, ਕੋਈ ਗੱਲ ਨਹੀਂ, ਤੂੰ ਐਵੇਂ ਬਸ ਆਖਦੇ। ਭਾਬੀ ਨੇ ਨੀਵੀਂ ਪਾ ਲਈ ਤੇ ਉਹਦੀਆਂ ਅੱਖਾਂ ਵਿੱਚ ਹੰਝੂ ਚਮਕਣ ਲੱਗ ਪਏ। ਫਿਰ ਮੈਂ ਉਹਦਾ ਹੱਥ ਘੁੱਟ ਕੇ ਫੜ ਲਿਆ ਤੇ ਕਿਹਾ, ਭਾਬੀ ਮੈਨੂੰ ਆਪਣੀ ਨਨਾਣ ਨਾ ਸਮਝੀ, ਨਿੱਕੀ ਭੈਣ ਸਮਝੀ, ਤੇ ਹਾਂ ਜੇ ਦੱਸਣ ਵਾਲੀ ਗੱਲ ਕੋਈ ਹੋਈ ਜ਼ਰੂਰ ਦੱਸੀ। ਨਾਲੇ ਸਿਆਣੇ ਵੀ ਕਹਿੰਦੇ ਨੇ ਮਨ ਤੇ ਬੋਝ ਨਾਲੋਂ ਵੱਡਾ ਕੋਈ ਬੋਝ ਨਹੀਂ ਹੁੰਦਾ, ਹੋ ਸਕੇ ਤਾਂ ਮਨ ਹੌਲਾ ਜ਼ਰੂਰ ਕਰ ਲਈ। ਹੁਣ ਮੈਂ ਚੱਲਦੀ ਆਂ ਭਾਬੀ। ਇੰਨਾ ਕਹਿ ਕੇ ਮੈਂ ਉੱਥੋਂ ਚਲੀ ਗਈ। ਹੁਣ ਮੈਂ ਭਾਬੀ ਕੋਲ ਅਕਸਰ ਹੀ ਬੈਠ ਜਾਇਆ ਕਰਦੀ ਸੀ, ਪਰ ਉਹਨੇ ਮੈਨੂੰ ਕੁਝ ਦੱਸਿਆ ਨਹੀਂ ਸੀ। ਸ਼ਾਇਦ ਦੁਨੀਆ ਵਿੱਚ ਨਨਾਣ ਭਾਬੀ ਦੇ ਰਿਸ਼ਤੇ ਨੂੰ ਜਿਵੇਂ ਦਰਸਾਇਆ ਜਾਂਦਾ ਹੈ, ਉਸ ਵਜ੍ਹਾ ਕਰਕੇ ਉਸ ਦਾ ਮੇਰੇ 'ਤੇ ਯਕੀਨ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਸੀ। ਪਰ ਮੇਰੇ ਮਨ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਕਿ ਮੈਂ ਆਪਣੀ ਭਾਬੀ ਦਾ ਘਰ ਤੋੜਾਂ, ਕਿਉਂਕਿ ਉੱਥੇ ਮੈਂ ਸਿਰਫ ਉਸ ਦੀ ਨਨਾਣ ਨਹੀਂ ਬਲਕਿ ਇੱਕ ਔਰਤ ਵੀ ਹਾਂ। ਇਸੇ ਤਰ੍ਹਾਂ ਇੱਕ ਦਿਨ ਫੇਰ ਵਿਹਲੀ ਹੋ ਕੇ ਭਾਬੀ ਦੇ ਕਮਰੇ ਵਿੱਚ ਹੀ ਸੀ ਤੇ ਭਾਬੀ ਅੱਜ ਵੀ ਫੋਨ ਨੂੰ ਵੇਖ ਕੇ ਰੋ ਰਹੀ ਸੀ। ਮੇਰੇ ਜਾਂਦੇ ਹੀ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਰੋਣ ਲੱਗ ਪਈ। ਮੈਂ ਭਾਬੀ ਨੂੰ ਚੁੱਪ ਕਰਵਾਇਆ ਤੇ ਪਾਣੀ ਪਿਆਇਆ ਤੇ ਕਿਹਾ, ਕਿ ਭਾਬੀ ਮੈਨੂੰ ਗੱਲ ਦੱਸ ਕੀ ਹੈ। ਅੱਖਾਂ ਪੂੰਝ ਕੇ ਭਾਬੀ ਪਾਣੀ ਦਾ ਗਿਲਾਸ ਮੇਜ਼ ਤੇ ਰੱਖਣ ਲੱਗੀ ਸੀ ਕਿ ਮੇਰੀ ਨਿਗਾਹ ਉਹਨਾਂ ਦੇ ਫੋਨ ਤੇ ਪਈ। ਫੋਨ ਇੱਕਦਮ ਵੇਖ ਕੇ ਮੇਰੇ ਮੂੰਹੋਂ ਨਿਕਲ ਪਿਆ, ਕੀਰਤ ਵੀਰਾ। ਇੰਨਾ ਸੁਣਦੇ ਹੀ ਭਾਬੀ ਨੇ ਮੇਰਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ ਤੇ ਕਹਿੰਦੀ, ਗੀਤ ਤੂੰ ਮੈਨੂੰ ਆਪਣੀ ਵੱਡੀ ਭੈਣ ਸਮਝਿਆ ਨਾ, ਤਾਂ ਤੈਨੂੰ ਮੇਰੇ ਸਿਰ ਦੀ ਸਹੁੰ ਲੱਗੇ ਕਿਸੇ ਨੂੰ ਦੱਸੀ ਨਾ। ਚੰਗਾ ਭਾਬੀ ਨਹੀਂ ਦੱਸਦੀ, ਪਰ ਕੀਰਤ ਵੀਰੇ ਦੀ ਫੋਟੋ ਤੇਰੇ ਕੋਲ? ਹਾਂ ਗੀਤ, ਪਰਮ ਨੂੰ ਵੀ ਪਤਾ। ਇਹਨਾਂ ਸੁਣ ਕੇ ਹੀ ਮੈਂ ਕਿਹਾ, ਭਾਬੀ ਤਾਂ ਹੀ ਤੁਹਾਡੇ ਦੋਹਾਂ ਵਿੱਚ ਲੜਾਈ? ਬੋਲਦੇ ਬੋਲਦੇ ਮੈਂ ਚੁੱਪ ਹੋ ਗਈ, ਪਰ ਭਾਬੀ ਆਪਣੀਆਂ ਅੱਖਾਂ ਪੂੰਝਦੇ ਹੋਏ ਬੋਲੀ, ਗੀਤ ਤੂੰ ਕਿਵੇਂ ਜਾਣਦੀ ਹੈ ਕੀਰਤ ਨੂੰ? ਹਾਂ ਭਾਬੀ, ਕਈ ਵਾਰ ਪਰਮ ਵੀਰੇ ਨਾਲ ਘਰ ਆਇਆ ਸੀ ਕੀਰਤ ਵੀਰਾ। ਪਰ ਭਾਬੀ ਤੂੰ ਉਹ ਖੁਸ਼ਨਸੀਬ ਕੁੜੀ ਹੈ ਜਿਹਦੀਆਂ ਕੀਰਤ ਵੀਰਾ ਸਿਫਤਾਂ ਕਰਦਾ ਰਹਿੰਦਾ ਸੀ। ਮਨ ਭਰ ਕੇ ਭਾਬੀ ਬੋਲੀ, ਹਾਂ ਗੀਤ, ਬਹੁਤ ਪਿਆਰ ਕਰਦੇ ਸੀ ਅਸੀਂ ਇੱਕ ਦੂਜੇ ਨੂੰ। ਮੈਂ ਪਰਮ ਤੇ ਰੀਤ ਇੱਕੋ ਕਾਲਜ ਵਿੱਚ ਪੜ੍ਹਦੇ ਸੀ। ਪਰਮ ਕੀਰਤ ਦਾ ਬਹੁਤ ਪੱਕਾ ਦੋਸਤ ਸੀ। ਵੇਖ ਭਾਬੀ, ਮੈਂ ਬਾਹਰ ਹੀ ਪੜ੍ਹੀ ਆ ਤਾਂ ਹੀ ਮੈਨੂੰ ਕੁਝ ਨਹੀਂ ਪਤਾ। ਬਸ ਛੁੱਟੀਆਂ ਵਿੱਚ ਆਈ ਹੋਈ ਸੀ ਤੇ ਕੀਰਤ ਵੀਰ 2-3 ਦਿਨਾਂ ਬਾਅਦ ਪਰਮ ਵੀਰ ਨਾਲ ਘਰ ਗੇੜਾ ਮਾਰ ਲੈਂਦਾ ਸੀ, ਤਾਂ ਕਰਕੇ ਜਾਣਦੀ ਆ। ਹਾਂ ਗੀਤ, ਤੈਨੂੰ ਕੁਝ ਨਹੀਂ ਪਤਾ ਮੇਰਾ ਵਿਆਹ ਕਿਵੇਂ ਹੋਇਆ, ਸਾਡੀ ਜ਼ਿੰਦਗੀ ਕਿਵੇਂ ਬਰਬਾਦ ਹੋ ਗਈ। ਮੈਂ ਦੱਸਦੀ ਆ ਤੈਨੂੰ। ਦਰਅਸਲ ਪਰਮ ਤੇ ਮੇਰਾ ਭਰਾ ਵੀ ਆਪਸ 'ਚ ਬਹੁਤ ਪੱਕੇ ਦੋਸਤ ਨੇ। ਗੀਤ ਬਾਪੂ ਸਾਨੂੰ ਨਿਆਣੀ ਉਮਰੇ ਛੱਡ ਕੇ ਤੁਰ ਗਿਆ ਸੀ। ਪਿੱਛੋਂ ਜੋ ਵੀ ਕੀਤਾ ਸਭ ਮਾਂ ਨੇ ਕੀਤਾ। ਬਹੁਤ ਸੋਹਣੀ ਜ਼ਿੰਦਗੀ ਚੱਲ ਰਹੀ ਸੀ ਮੇਰੀ ਤੇ ਕੀਰਤ ਦੀ। ਫਰਕ ਇੰਨਾ ਸੀ ਕਿ ਜਦੋਂ ਵਿਆਹ ਦੀ ਗੱਲ ਆਈ ਉਦੋਂ ਘਰਦਿਆਂ ਨੇ ਸਾਫ਼ ਮਨਾ ਕਰ ਦਿੱਤਾ ਸੀ ਕਿ ਕੁੜੀ ਵਾਲੇ ਕਿਸੇ ਜੋਗੇ ਨਹੀਂ, ਕਿਉਂਕਿ ਕੀਰਤ ਵੱਡੇ ਘਰ ਦਾ ਕਾਕਾ। ਪਰ ਸਾਡੀ ਪਾਕ ਮੁਹੱਬਤ ਦੀ ਜਿੱਦ ਨੇ ਸਾਡੀ ਜ਼ਿੰਦਗੀ ਦੀ ਪੌੜੀ ਨੂੰ ਉਹ ਚੁਬਾਰੇ ਤੱਕ ਚੜ੍ਹਾ ਦਿੱਤਾ ਸੀ, ਜਿੱਥੇ ਆ ਕੇ ਮੇਰੇ ਹੱਥਾਂ ਤੇ ਕੀਰਤ ਦੇ ਨਾਂ ਦੀ ਮਹਿੰਦੀ ਲੱਗ ਚੁੱਕੀ ਸੀ। ਪਰ ਸਾਡੀਆਂ ਖੁਸ਼ੀਆਂ ਨੂੰ ਇੰਨੀ ਜ਼ਿਆਦਾ ਛੇਤੀ ਨਜ਼ਰ ਲੱਗ ਜਾਣੀ ਹੈ, ਇਸ ਗੱਲ ਦਾ ਮੈਨੂੰ ਅੰਦਾਜ਼ਾ ਤੱਕ ਵੀ ਨਹੀਂ ਸੀ। ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਹੋਏ ਉਸ ਸੜਕ ਹਾਦਸੇ ਨੇ ਕੀਰਤ ਦੇ ਨਾਮ ਦੇ ਨਾਲ ਜੁੜਦਾ ਮੇਰਾ ਨਾਂ ਲਿਆ ਕੇ ਪਰਮ ਦੇ ਨਾਮ ਨਾਲ ਜੋੜ ਦਿੱਤਾ। ਕੀਰਤ ਦੀ ਮੌਤ ਦਾ ਸਦਮਾ ਮੈਨੂੰ ਇੱਥੋਂ ਤੱਕ ਲੱਗ ਚੁੱਕਾ ਸੀ ਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਕੀ ਹੋ ਰਿਹਾ। ਵਿਆਹ 'ਚ 5 ਦਿਨ ਰਹਿ ਗਏ ਸੀ ਤੇ ਬੇਬੇ ਵੀ ਬਹੁਤ ਬਿਮਾਰ ਹੋ ਗਈ ਸੀ। ਹੁਣ ਸਵਾਲ ਇਹ ਉੱਠਦਾ ਸੀ ਕਿ ਵਿਆਹ ਹੋਣਾ ਜਾਂ ਨਹੀਂ ਹੋਣਾ। ਮਾਂ ਬਿਮਾਰ ਸੀ, ਇਸ ਕਰਕੇ ਸਭ ਕਹਿਣ ਲੱਗੇ ਕਿ ਕੋਈ ਹੋਰ ਮੁੰਡਾ ਲੱਭ ਕੇ ਵਿਆਹ ਕਰ ਦੇਵੋ, ਕਿਉਂਕਿ ਵਿਆਹ ਦਾ ਖਰਚਾ ਵੀ ਹੋ ਚੁੱਕਿਆ ਸੀ ਤੇ ਰਹਿੰਦੀ ਖੂੰਦੀ ਗੱਲ ਉੱਥੇ ਹੀ ਆ ਕੇ ਖੜ ਜਾਂਦੀ ਕਿ ਘਰ ਦੀ ਇੱਜ਼ਤ ਦਾ ਭਾਰ ਸਾਡੇ ਮੋਢੇ ਉੱਤੇ ਹੁੰਦਾ। ਕੀਰਤ ਦੀ ਮੌਤ ਨੂੰ ਵੀ ਮੈਂ ਲੋਕਾਂ ਨੇ ਮੇਰੀ ਇੱਜ਼ਤ ਨਾਲ ਜੋੜ ਦਿੱਤਾ ਸੀ। ਉੱਧਰੋਂ ਬਿਮਾਰ ਮਾਂ ਦੇ ਤਰਲੇ, ਜੇ ਵਿਆਹ ਨਾ ਕਰਾਉਂਦੀ ਤਾਂ ਲੋਕ ਮੇਰੇ ਨਾਲ
ਉਹਦੇ ਚਰਿੱਤਰ ਤੇ ਵੀ ਵਾਰਾਂ ਲਿਖਣ ਲੱਗ ਪੈਂਦੇ। ਇਸ ਦੋ ਚਿੱਤੀ ਵਿੱਚ ਮੇਰਾ ਭਰਾ ਨੂੰ ਸਿਰਫ ਇੱਕੋ ਚਿਹਰਾ ਨਜ਼ਰ ਆਇਆ ਸੀ, ਪਰਮ ਦਾ, ਕਿਉਂਕਿ ਪਰਮ ਕਾਲਜ ਵਿੱਚ ਮੇਰਾ ਵੀ ਦੋਸਤ ਸੀ ਤੇ ਮੇਰੇ ਨਾਲ ਪੜ੍ਹਿਆ ਸੀ। ਦੂਜੇ ਪਾਸੇ ਕੀਰਤ ਦਾ ਵੀ ਬਹੁਤ ਅੱਛਾ ਦੋਸਤ ਸੀ। ਮੇਰੀ ਤੇ ਕੀਰਤ ਦੀ ਜ਼ਿੰਦਗੀ ਨੂੰ ਉਹ ਭਲੀ ਭਾਂਤ ਜਾਣਦਾ ਸੀ, ਇਸ ਕਰਕੇ ਮੈਂ ਵੀ ਉਸ ਵੇਲੇ ਵਿਆਹ ਕਰਾਉਣ ਲਈ ਹਾਮੀ ਭਰ ਦਿੱਤੀ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਕੀਰਤ ਤੋਂ ਬਾਅਦ ਸਿਰਫ ਇੱਕ ਪਰਮ ਆ ਜੋ ਮੈਨੂੰ ਚੰਗੀ ਤਰ੍ਹਾਂ ਸਮਝ ਸਕਦਾ। ਭਾਵੇਂ ਇਹ ਕਦਮ ਚੁੱਕਣਾ ਮੇਰੇ ਲਈ ਉਸ ਵੇਲੇ ਮੌਤ ਤੋਂ ਘੱਟ ਨਹੀਂ ਸੀ, ਪਰ ਡਾਕਟਰ ਨੇ ਸਾਫ਼-ਸਾਫ਼ ਇਤਲਾਹ ਕਰ ਦਿੱਤੀ ਸੀ ਕਿ ਮਾਂ ਦੀ ਜ਼ਿੰਦਗੀ ਦੇ ਵਰਕੇ ਮੁੱਕਣ ਵਾਲੇ ਨੇ। ਨਾਲੇ ਮੈਨੂੰ ਕੁੜੀਆਂ ਨੂੰ ਤਾਂ ਆਦਤ ਹੁੰਦੀ ਹੈ ਵਕਤ ਦੇ ਹਾਲਾਤਾਂ ਨਾਲ ਸਾਂਝ ਪਾਉਣ ਦੀ, ਪਰ ਮੈਂ ਪਰਮ ਨਾਲ ਵਿਆਹ ਇੱਕ ਸ਼ਰਤ 'ਤੇ ਕੀਤਾ ਸੀ ਕਿ ਅਸੀਂ ਦੁਨੀਆ ਦੇ ਸਾਹਮਣੇ ਪਤੀ ਪਤਨੀ ਹੋਵਾਂਗੇ। ਸਾਡੀ ਨਿੱਜੀ ਜ਼ਿੰਦਗੀ ਵਿੱਚ ਅਸੀਂ ਸਿਰਫ ਦੋਸਤ ਹੀ ਹੋਵਾਂਗੇ। ਤੂੰ ਵੀ ਜਾਣਦਾ ਹੈ ਕਿ ਕੀਰਤ ਮੇਰੀ ਰੂਹ ਵਿੱਚ ਵਸਿਆ ਹੋਇਆ ਹੈ, ਪਰ ਪਤਾ ਮਰਦ ਕੁੜੀਆਂ ਨੂੰ ਇੱਕ ਪ੍ਰਾਪਰਟੀ ਦੀ ਤਰ੍ਹਾਂ ਸਮਝਦੇ ਨੇ, ਜਿਵੇਂ ਪ੍ਰਾਪਰਟੀ ਦੀ ਰਜਿਸਟਰੀ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਸਾਡੇ ਨਾਮ ਹੋ ਗਈ ਆ। ਇਸੇ ਤਰ੍ਹਾਂ ਵਿਆਹ ਤੋਂ ਬਾਅਦ ਹਰ ਮਰਦ ਨੂੰ ਲੱਗਦਾ ਹੈ ਕਿ ਔਰਤ ਸਿਰਫ ਉਸਦੀ ਹੈ। ਕੋਈ ਔਰਤ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਤੈਨੂੰ ਪਤਾ ਗੀਤ, ਜਦੋਂ ਕੀਰਤ ਨੇ ਮੇਰਾ ਪਹਿਲੀ ਵਾਰ ਹੱਥ ਫੜਿਆ ਸੀ ਤਾਂ ਉਦੋਂ ਅਸੀਂ ਕਾਲਜ ਦੇ ਵਿੱਚ ਇੱਕ ਬੈਂਚ 'ਤੇ ਬੈਠੇ ਸੀ। ਮੈਂ ਆਪਣੇ ਮਾਮਾ ਜੀ ਦੇ ਮੁੰਡੇ ਦੇ ਵਿਆਹ ਤੋਂ ਇੱਕ ਹਫ਼ਤਾ ਬਾਅਦ ਕਾਲਜ ਆਈ ਸੀ ਤੇ ਮੇਰੇ ਹੱਥਾਂ 'ਤੇ ਮਹਿੰਦੀ ਲੱਗੀ ਹੋਈ ਸੀ ਤੇ ਚੂੜੀਆਂ ਪਾਈਆਂ ਹੋਈਆਂ ਸੀ। ਅਸੀਂ ਦੋਵੇਂ ਦੂਰ ਬੈਠੇ ਸੀ, ਚੁੱਪ ਚਪੀਤੇ ਸੋਚ ਰਹੇ ਸੀ ਕਿ ਗੱਲ ਦੀ ਸ਼ੁਰੂਆਤ ਪਹਿਲਾਂ ਕੌਣ ਕਰੇ ਤੇ ਕੀ ਗੱਲ ਕਰੇ। ਫਿਰ ਅਚਾਨਕ ਮੈਂ ਕੀਰਤ ਵੱਲ ਵੇਖਿਆ। ਉਹ ਮੇਰੇ ਹੱਥਾਂ ਵੱਲ ਵੇਖ ਰਿਹਾ ਸੀ। ਮੈਂ ਚੁੱਪ ਚਪੀਤੇ ਉਹਨੂੰ ਵੇਖ ਰਹੀ ਸੀ। ਉਹਨੇ ਜਦੋਂ ਮੇਰੇ ਵੱਲ ਵੇਖਿਆ ਤਾਂ ਇੱਕਦਮ ਬੋਲਿਆ, ਕਿਰਨ, ਤੇਰੀ ਮਹਿੰਦੀ ਦਾ ਰੰਗ ਬਹੁਤ ਸੋਹਣਾ ਚੜ੍ਹਿਆ, ਹੱਥ ਬਹੁਤ ਸੋਹਣੇ ਲੱਗ ਰਹੇ ਆ ਤੇਰੇ। ਇੰਨਾ ਆਖ ਕੇ ਉਹ ਫਿਰ ਚੁੱਪ ਹੋ ਗਿਆ। ਮੈਨੂੰ ਪਤਾ ਸੀ ਕਿ ਉਹਦੇ ਦਿਮਾਗ ਵਿੱਚ ਇਹੋ ਚੱਲ ਰਿਹਾ ਹੈ ਕਿ ਉਹ ਮੇਰੀ ਮਹਿੰਦੀ ਵਿੱਚੋਂ ਆਪਣਾ ਨਾਂ ਲੱਭਣਾ ਚਾਹੁੰਦਾ ਸੀ। ਮੈਂ ਉਹਦੀ ਗੱਲ ਸੁਣ ਕੇ ਜ਼ਰਾ ਹੱਸ ਪਈ ਤੇ ਫਿਰ ਦੁਬਾਰਾ ਉਹ ਮੇਰੇ ਹੱਥਾਂ ਵੱਲ ਵੇਖਣ ਲੱਗ ਪਿਆ। ਉਸ ਦੇ ਚੁੱਪ ਰਹਿਣ ਤੋਂ ਬਾਅਦ ਇੱਕਦਮ ਬੋਲਿਆ, ਕਿਰਨ, ਜੇ ਇਜਾਜ਼ਤ ਹੋਵੇ ਤਾਂ ਮੈਂ ਤੇਰਾ ਹੱਥ ਫੜ ਸਕਦਾ। ਉਹਦੀ ਇਸ ਗੱਲ ਨੇ ਮੈਨੂੰ ਉਹਦੇ ਵੱਲ ਇੱਕ ਟੱਕ ਵੇਖਣ ਲਈ ਮਜਬੂਰ ਕਰ ਦਿੱਤਾ ਤੇ ਮੈਂ ਹੱਥ ਉਹਦੇ ਅੱਗੇ ਕਰ ਦਿੱਤੇ। ਉਸ ਦਿਨ ਮੇਰੀਆਂ ਨਜ਼ਰਾਂ ਵਿੱਚ ਕੀਰਤ ਦੀ ਇੱਜ਼ਤ ਹੋਰ ਵੀ ਜ਼ਿਆਦਾ ਵੱਧ ਗਈ ਸੀ। ਤੂੰ ਹੀ ਸੋਚ, ਜੇਕਰ ਕੋਈ ਮੁੰਡਾ ਸਾਡਾ ਹੱਥ ਫੜਨ ਦੀ ਵੀ ਇਜਾਜ਼ਤ ਮੰਗੇ ਤਾਂ ਉਹ ਸਾਡੀ ਕਿੰਨੀ ਇੱਜ਼ਤ ਕਰਦਾ ਹੋਵੇਗਾ। ਇੱਕ ਕੁੜੀ ਨੂੰ ਇਸ ਤੋਂ ਵੱਧ ਕੇ ਹੋਰ ਕੀ ਚਾਹੀਦਾ ਵੀ ਕੀ ਹੁੰਦਾ। ਪਰ ਦੂਜੇ ਪਾਸੇ ਪਰਮ ਜੇ ਚੰਗੀ ਤਰ੍ਹਾਂ ਜਾਣਦਾ ਹੈ ਕਿ ਹਾਲੇ ਵੀ ਮੇਰੇ ਦਿਮਾਗ ਵਿੱਚ ਸਿਰਫ ਕੀਰਤ ਹੀ ਕੀਰਤ ਹੈ। ਉਸ ਤੋਂ ਮੈਨੂੰ ਉਮੀਦ ਨਹੀਂ ਸੀ ਕਿ ਉਹ ਵੀ ਮੈਨੂੰ ਪ੍ਰਾਪਰਟੀ ਦੀ ਤਰ੍ਹਾਂ ਸਮਝੂਗਾ। ਉਹਨੂੰ ਵੀ ਲੱਗਦਾ ਹੈ ਕਿ ਉਹਦਾ ਮੇਰੇ ਨਾਲ ਵਿਆਹ ਹੋ ਗਿਆ ਤਾਂ ਉਹਦਾ ਮੇਰੇ ਤੇ ਪੂਰਾ ਹੱਕ ਆ। ਤੇ ਹਾਂ, ਹੱਕ ਸ਼ਬਦ ਦੇ ਘੇਰੇ ਵਿੱਚ ਰੱਖ ਕੇ ਔਰਤ ਉਸ ਦਾ ਵਜੂਦ ਖੋਹ ਲਿਆ ਜਾਂਦਾ। ਇਹਨਾਂ ਕਹਿੰਦੇ ਹੀ ਭਾਬੀ ਭਰੀਆਂ ਅੱਖਾਂ ਨਾਲ ਬੋਲੀ, ਤੂੰ ਹੀ ਦੱਸ ਗੀਤ, ਗੱਲ ਜੇ ਹੱਕ ਦੀ ਹੈ ਤਾਂ ਉਸ ਇਨਸਾਨ ਦਾ ਹੱਕ ਮੇਰੇ ਤੇ ਜ਼ਿਆਦਾ ਸੀ ਜਿਸਨੇ ਮੇਰਾ ਹੱਥ ਫੜਨ ਤੋਂ ਪਹਿਲਾਂ ਦੀ ਇਜਾਜ਼ਤ ਮੰਗੀ ਤੇ ਮੇਰਾ ਰੂਹਦਾਰ ਬਣ ਗਿਆ, ਜਾਂ ਫਿਰ ਉਹ ਇਨਸਾਨ ਜਿਸ ਨਾਲ ਨਜ਼ਰਾਂ ਮਿਲਾਉਣ ਤੋਂ ਪਹਿਲਾਂ ਵੀ 10 ਵਾਰ ਸੋਚਣਾ ਪੈਂਦਾ। ਇੰਨਾ ਕਹਿ ਕੇ ਭਾਬੀ ਫਿਰ ਮੈਨੂੰ ਜੱਫੀ ਪਾ ਕੇ ਰੋਣ ਲੱਗ ਪਈ। ਇਸ ਵਾਰ ਮੈਂ ਭਾਬੀ ਨੂੰ ਚੁੱਪ ਨਹੀਂ ਕਰਵਾਇਆ, ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਸਮਝ ਸਕਦੀ ਸੀ ਕਿ ਜਿਸ ਨੇ ਆਪਣੀ ਮੁਹੱਬਤ ਦਾ ਜਨਾਜ਼ਾ ਉੱਠਣ ਤੋਂ 5 ਦਿਨ ਬਾਅਦ ਬਾਹਾਂ ਵਿੱਚ ਸੂਹਾ ਚੂੜਾ ਪਾਇਆ ਹੋਣਾ, ਉਹ ਕਿਹੜਾ ਜੇਰਾ ਕਰਕੇ ਪਾਇਆ ਹੋਣਾ ਤੇ ਫਿਰ ਉਸ ਰਿਸ਼ਤੇ ਦੇ ਬੰਧਨਾਂ ਨੂੰ ਨਿਭਾਉਣਾ ਉਸ ਔਰਤ ਨੂੰ ਕੱਚ ਦੇ ਟੁਕੜਿਆਂ ਵਾਂਗ ਬਿਖੇਰ ਕੇ ਰੱਖ ਦਿੰਦਾ। ਇੱਕ ਔਰਤ ਹੋਣ ਦੇ ਨਾਤੇ ਭਾਬੀ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਇਸ ਰਿਸ਼ਤੇ ਨਾਲ ਵੀ ਸਮਝੌਤਾ ਕਰ ਲਿਆ ਸੀ ਤੇ ਉਹਨਾਂ ਦੀ ਜ਼ਿੰਦਗੀ ਠੀਕ ਠਾਕ ਚੱਲਣ ਲੱਗ ਪਈ। ਕੁਝ ਕੁ ਮਹੀਨੇ ਬਾਅਦ ਮੇਰਾ ਵੀ ਵਿਆਹ ਹੋ ਗਿਆ। ਮੈਂ ਵੀ ਆਪਣੇ ਘਰ ਵਸਦੀ ਰਸਦੀ ਹੋ ਗਈ। ਪਰ ਭਾਬੀ ਦੀ ਜ਼ਿੰਦਗੀ ਵਿੱਚ ਇੱਕ ਹੋਰ ਨਵਾਂ ਤੂਫਾਨ ਆਇਆ। ਅਰਮਾਨ ਮੇਰੇ ਤਾਏ ਦਾ ਮੁੰਡਾ ਸੀ। ਉਹ ਵੀ ਭਾਬੀ ਹੋਰਾਂ ਨਾਲ ਕਾਲਜ ਵਿੱਚ ਪੜ੍ਹਦਾ ਉਹਨਾਂ ਦਾ ਜੂਨੀਅਰ ਸੀ, ਜੋ ਕਾਲਜ ਵਿੱਚ ਵੀ ਭਾਬੀ ਨਾਲ ਮਸ਼ਕਰੀਆਂ ਕਰਦਾ ਰਹਿੰਦਾ ਸੀ। ਭਾਬੀ ਹੋਰਾਂ ਦੇ ਵਿਆਹ ਤੋਂ ਬਾਅਦ ਹੀ ਉਹਦਾ ਘਰ ਵਿੱਚ ਆਉਣਾ ਜਾਣਾ ਵੱਧ ਗਿਆ ਸੀ। ਭਾਬੀ ਨੂੰ ਉਸ ਦੀ ਤੱਕਣੀ ਤੋਂ ਸਾਫ਼-ਸਾਫ਼ ਅੰਦਾਜ਼ਾ ਹੋ ਗਿਆ ਸੀ ਕਿ
ਉਸ ਦੇ ਇਰਾਦੇ ਕੁਝ ਠੀਕ ਨਹੀਂ। ਇੱਕ ਦਿਨ ਭਾਬੀ ਤੋਂ ਪਾਣੀ ਫੜਨ ਲੱਗੇ ਨੇ ਉਸਨੇ ਭਾਬੀ ਦਾ ਹੱਥ ਫੜ ਲਿਆ। ਭਾਬੀ ਨੇ ਆਪਣਾ ਹੱਥ ਛੁਡਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਗੱਲ ਬਦਲ ਦੇ ਆਖਿਆ, ਭਾਬੀ ਤੇਰੀਆਂ ਚੂੜੀਆਂ ਬਹੁਤ ਸੋਹਣੀਆਂ ਨੇ। ਭਾਬੀ ਨੇ ਇਸ ਬਾਰੇ ਜਦੋਂ ਪਰਮਵੀਰ ਨਾਲ ਗੱਲ ਕੀਤੀ ਤਾਂ ਅੱਗੋਂ ਪਰਮਵੀਰਾ ਭਾਬੀ ਤੇ ਹੀ ਭੜਕਣ ਲੱਗ ਪਿਆ ਤੇ ਦੂਜੇ ਪਾਸੇ ਅਰਮਾਨ ਦੀਆਂ ਹਰਕਤਾਂ ਦਿਨੋਂ ਦਿਨ ਵੱਧਦੀਆਂ ਜਾਂਦੀਆਂ ਸੀ। ਭਾਬੀ ਜਦੋਂ ਵੀ ਪਰਮਵੀਰ ਨਾਲ ਗੱਲ ਕਰਦੀ ਤਾਂ ਹਮੇਸ਼ਾ ਉਹਨਾਂ ਨੂੰ ਹੀ ਗਲਤ ਠਹਿਰਾਇਆ ਜਾਂਦਾ। ਇਸ ਗੱਲ ਦੀ ਸੂਹ ਘਰਦਿਆਂ ਨੂੰ ਵੀ ਲੱਗ ਚੁੱਕੀ ਸੀ। ਉਹ ਵੀ ਭਾਬੀ ਤੇ ਹੀ ਇਲਜ਼ਾਮ ਲਗਾਉਂਦੇ ਕਿ ਇਹ ਸਾਡੇ ਘਰ ਨੂੰ ਤੋੜਨਾ ਚਾਹੁੰਦੀ ਹੈ। ਉਹ ਸਭ ਨੂੰ ਸਮਝਾ ਕੇ ਥੱਕ ਜਾਂਦੀ ਪਰ ਕੋਈ ਵੀ ਗੱਲ ਨਾ ਸੁਣਦਾ। ਇੱਕ ਦਿਨ ਸਾਰੇ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਤੇ ਗਏ ਹੋਏ ਸੀ। ਭਾਬੀ ਆਪਣੀ ਪ੍ਰੈਗਨੈਂਸੀ ਕਾਰਨ ਘਰ ਹੀ ਸੀ ਤੇ ਘਰ ਵਿੱਚ ਬਿਲਕੁਲ ਇਕੱਲੀ ਸੀ। ਸਿਖਰ ਦੁਪਹਿਰੇ ਵਿੱਚ ਅਰਮਾਨ ਘਰ ਆਇਆ ਤੇ ਘਰ ਵਿੱਚ ਉਹਨੂੰ ਇਕੱਲਾ ਦੇਖ ਕੇ ਉਸ ਦਾ ਅੰਦਰ ਦਾ ਜਾਨਵਰ ਜਾਗ ਉੱਠਿਆ। ਕਿਰਨ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੀ। ਆਪਣੀ ਰਾਖਸ਼ੀ ਬਿਰਤੀ ਤੇ ਉਤਰਿਆ ਅਰਮਾਨ 2 ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਚੁੱਕਿਆ ਸੀ। ਜਦੋਂ ਸਾਰੇ ਘਰ ਵਾਪਸ ਪਰਤੇ ਤਾਂ ਭਾਬੀ ਦਾ ਹਾਲ ਵੇਖ ਕੇ ਸਭ ਦੀ ਰੂਹ ਤੱਕ ਕੰਬ ਗਈ। ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ 3 ਦਿਨ ਬਾਅਦ ਭਾਬੀ ਨੂੰ ਛੁੱਟੀ ਦੇਣ ਦਾ ਫੈਸਲਾ ਕੀਤਾ ਗਿਆ, ਜਿੱਥੇ ਉਹ ਜਿੰਦਾ ਲਾਸ਼ ਬਣ ਚੁੱਕੀ ਸੀ। ਹੋਸ਼ ਉਡਾਉਣ ਤੋਂ ਬਾਅਦ ਹਸਪਤਾਲ ਵਿੱਚ ਪੁਲਿਸ ਵਾਲੇ ਭਾਬੀ ਦਾ ਬਿਆਨ ਲੈਣ ਆਏ, ਜਿਸ ਵਿੱਚ ਉਹਨਾਂ ਨੇ ਇਹ ਖੁਲਾਸਾ ਕੀਤਾ ਕਿ ਅਰਮਾਨ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਕੀਰਤ ਵੀਰੇ ਦਾ ਐਕਸੀਡੈਂਟ ਨਹੀਂ ਹੋਇਆ ਸੀ ਬਲਕਿ ਅਰਮਾਨ ਨੇ ਹੀ ਉਸ ਦਾ ਕਤਲ ਕੀਤਾ ਸੀ, ਜਿਸ ਨੂੰ ਇੱਕ ਐਕਸੀਡੈਂਟ ਦਾ ਰੂਪ ਦਿੱਤਾ ਗਿਆ ਕਿਉਂਕਿ ਉਹਨੂੰ ਲੱਗਦਾ ਸੀ ਕਿ ਵਿਆਹ ਦੇ ਨਿਕਲੇ ਦਿਨਾਂ ਵਿੱਚ ਵਿਆਹ ਤੋਂ ਪਹਿਲਾਂ ਹੋਈ ਵਿਧਵਾ ਔਰਤ ਦਾ ਸਹਾਰਾ ਬਣ ਕੇ ਉਸ ਦੀਆਂ ਨਜ਼ਰਾਂ ਵਿੱਚ ਚੰਗਾ ਬਣ ਜਾਵੇਗਾ। ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਪਰਮ ਦੀ ਦੋਸਤੀ ਵਿੱਚ ਆ ਜਾਊਗੀ। ਇਹ ਸਭ ਦੱਸ ਕੇ ਪੁਲਿਸ ਭਾਬੀ ਦੇ ਬਿਆਨ ਲੈਣ ਲਈ ਵਾਰ-ਵਾਰ ਭਾਬੀ ਨੂੰ ਹਿਲਾ ਰਹੀ ਸੀ ਤੇ ਭਾਬੀ ਚੁੱਪ ਚਪੀਤੀ ਹਸਪਤਾਲ ਦੇ ਬੈੱਡ ਦੇ ਨਾਲ ਢੋ ਲਾ ਕੇ ਬੈਠੀ ਰਹੀ। ਦੂਜੇ ਪਾਸੇ ਨਰਸ ਨੇ ਆ ਕੇ ਦੱਸ ਦਿੱਤਾ ਸੀ ਕਿ ਉਹ ਆਪਣਾ ਬੱਚਾ ਖੋ ਚੁੱਕੀ ਹੈ। ਇੰਨਾ ਸੁਣ ਕੇ ਹੀ ਭਾਬੀ ਨੇ ਇੱਕ ਲੰਮਾ ਹੋਕਾ ਭਰਿਆ ਤੇ ਕੁਝ ਨਹੀਂ ਬੋਲੀ। ਹੁਣ ਜੋ ਵੀ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਭਾਬੀ ਚੁੱਪਚਾਪ ਬੈਠੀ ਰਹਿੰਦੀ। ਮੈਂ ਭਾਬੀ ਕੋਲ ਜਾ ਕੇ ਉਸ ਦਾ ਹੱਥ ਫੜਿਆ ਤੇ ਉਦੋਂ ਵੀ ਉਸ ਵੱਲੋਂ ਕੋਈ ਜਵਾਬਦੇਹੀ ਨਹੀਂ ਆਈ। ਮੈਂ ਬਸ ਭਾਬੀ ਵੱਲ ਵੇਖ ਰਹੀ ਸੀ ਤੇ ਮੈਨੂੰ ਇੰਜ ਲੱਗਦਾ ਸੀ ਕਿ ਮੇਰੇ ਸਾਹਮਣੇ ਕਿਰਨ ਭਾਬੀ ਨਹੀਂ ਬਲਕਿ ਇੱਕ ਪੱਥਰ ਦੀ ਔਰਤ ਬੈਠੀ ਹੈ। ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਤੁਹਾਡਾ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।